नमस्कार। दूरदर्शन खबरां 'ਚ ਆਪ ਸਭ ਦਾ ਸਵਾਗਤ। ਮੈਂ ਜਤਿੰਦਰ ਸਿੰਘ। ਪਹਿਲਾਂ ਪੇਸ਼ ਨੇ ਝੋਣਵੀਆਂ ਖਬਰਾਂ। ਕੇਂਦਰ ਨੇ 6 ਸੂਬਿਆਂ ਵਿੱਚ ਕੋਵਿਡ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਮਾਹਿਰ ਟੀਮਾਂ ਭੇਜੀਆਂ। ਇਹ ਟੀਮਾਂ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਸੂਬਿਆਂ ਨੂੰ ਰਾਹਤ ਅਤੇ ਪ੍ਰਬੰਧਨ ਵਿੱਚ ਸਹਿਯੋਗ ਦੇਣਗੀਆਂ। ਭਾਰਤ ਵਿੱਚ ਬੀਤੇ ਦਿਨ 46,617 ਨਵੇਂ ਕੋਰੋਨਾ ਮਾਮਲੇ ਦਰਜ। ਪਿਛਲੇ ਦਿਨ 59,384 ਕੋਰੋਨਾ ਮਰੀਜ਼ ਸਿਹਤਯਾਬ ਹੋਏ। ਕੋਰੋਨਾ ਤੋਂ ਠੀਕ ਹੋਣ ਦੀ ਦਰ ਵੱਧ ਕੇ 97.01% ਹੋਈ। ਹੁਣ ਤੱਕ ਦੇਸ਼ ਵਿੱਚ 34,76,232 ਕੋਰੋਨਾ ਟੀਕੇ ਲਗਾਏ ਗਏ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਕਿਹਾ ਹੈ ਕਿ ਅਜੇ ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਖਤਮ ਨਹੀਂ ਹੋਈ ਹੈ ਅਤੇ ਲੋਕਾਂ ਨੂੰ ਪੂਰੇ ਇਹਤਿਆਤ ਵਰਤਣੇ ਚਾਹੀਦੇ ਨੇ। ਸਿਹਤ ਮੰਤਰਾਲਾ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 60% ਤੋਂ ਵੱਧ ਬਿਸਤਰਿਆਂ ਵਾਲੇ ਕੋਵਿਡ ਹਸਪਤਾਲਾਂ ਵਾਲੇ ਖੇਤਰਾਂ ਦੀ ਪਛਾਣ ਕਰਕੇ ਉੱਥੇ ਉੱਚ ਪੱਧਰ ਦੀਆਂ ਪਾਬੰਦੀਆਂ ਲਗਾਉਣ ਲਈ ਆਖਿਆ। ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਲਸ਼ਕਰ-ਏ-ਤੈਯਬਾ ਦੇ ਜ਼ਿਲ੍ਹਾ ਕਮਾਂਡਰ ਸਮੇਤ 5 ਅੱਤਵਾਦੀ ਢੇਰ। ਮੁਕਾਬਲੇ ਵਿੱਚ ਇੱਕ ਜਵਾਨ ਵੀ ਸ਼ਹੀਦ। ਪੰਜਾਬ ਵਿੱਚ ਬਿਜਲੀ ਦੀ ਕਿੱਲਤ ਅਤੇ ਬਿਜਲੀ ਕਟੌਤੀ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਸਾਂਝੇ ਤੌਰ ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਰੋਸ ਵਜੋਂ ਲੋਕਾਂ ਨੂੰ ਪੱਖੀਆਂ ਵੰਡੀਆਂ ਗਈਆਂ। ਮਾਨਸਾ ਜ਼ਿਲ੍ਹੇ ਵਿੱਚ ਬਹਾਦਰਪੁਰ ਬਰੇਟਾ ਵਿਖੇ ਭਲਕੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲਾ ਵੱਲੋਂ ਦਿਵਿਆਂਗਾਂ ਨੂੰ ਸਹਾਇਤਾ ਉਪਕਰਨ ਵੰਡਣ ਲਈ ਵਰਚੁਅਲ ਤੌਰ ਤੇ ਕੈਂਪ ਲਗਾਇਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਰਬੱਤ ਸਿਹਤ ਯੋਜਨਾ ਨਾਲ ਗਰੀਬ ਲੋਕਾਂ ਨੂੰ ਮਹਿੰਗਾ ਇਲਾਜ ਮੁਫਤ ਕਰਾਉਣ ਵਿੱਚ ਵੱਡੀ ਸਹੂਲਤ ਮਿਲ ਰਹੀ ਹੈ। ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਇਸ ਯੋਜਨਾ ਤਹਿਤ ਬਿਨਾਂ ਕਿਸੇ ਖਰਚੇ ਤੋਂ ਲੋਕਾਂ ਦੇ ਗੋਡੇ ਬਦਲੇ ਜਾ ਰਹੇ ਨੇ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੇਂਦਰ ਨੇ 6 ਸੂਬਿਆਂ ਵਿੱਚ ਕੋਵਿਡ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਮਾਹਿਰ ਟੀਮਾਂ ਭੇਜੀਆਂ ਨੇ। ਇਨ੍ਹਾਂ ਸੂਬਿਆਂ ਵਿੱਚ ਕੇਰਲ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਉੜੀਸਾ, ਛੱਤੀਸਗੜ੍ਹ ਅਤੇ ਮਣੀਪੁਰ ਸ਼ਾਮਲ ਨੇ। ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਇਹ ਟੀਮਾਂ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਸੂਬਿਆਂ ਨੂੰ ਰਾਹਤ ਅਤੇ ਪ੍ਰਬੰਧਨ ਵਿੱਚ ਸਹਿਯੋਗ ਦੇਣਗੀਆਂ। ਕੇਂਦਰੀ ਟੀਮਾਂ ਸਥਿਤੀ ਦਾ ਜਾਇਜ਼ਾ ਲੈਣਗੀਆਂ ਅਤੇ ਜਨ ਸਿਹਤ ਗਤੀਵਿਧੀਆਂ ਲਈ ਸੂਬਾ ਸਰਕਾਰਾਂ ਨੂੰ ਸੁਝਾਅ ਦੇਣਗੀਆਂ। 2 ਮੈਂਬਰਾਂ ਵਾਲੀ ਉੱਚ ਪੱਧਰੀ ਟੀਮ ਵਿੱਚ ਇੱਕ ਡਾਕਟਰ ਅਤੇ ਇੱਕ ਹੋਰ ਸਿਹਤ ਮਾਹਰ ਸ਼ਾਮਲ ਹੈ। ਟੀਮਾਂ ਤੁਰੰਤ ਸੂਬਿਆਂ ਦਾ ਦੌਰਾ ਕਰਨਗੀਆਂ ਅਤੇ ਕੋਵਿਡ ਪ੍ਰਬੰਧਨ ਦੇ ਸਮੁੱਚੇ ਕੰਮ ਦੀ ਨਿਗਰਾਨੀ ਕਰਨਗੀਆਂ। ਖਾਸ ਤੌਰ ਤੇ ਟੈਸਟਿੰਗ, ਨਿਰੀਖਣ ਅਤੇ ਨਿਯੰਤਰਣ ਦੇ ਕੰਮਾਂ ਤੋਂ ਇਲਾਵਾ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਉਪਲਬਧਤਾ, ਐਂਬੂਲੈਂਸ, ਵੈਂਟੀਲੇਟਰ ਅਤੇ ਮੈਡੀਕਲ ਆਕਸੀਜਨ ਸਮੇਤ ਸਥਿਤੀ ਦੀ ਨਿਗਰਾਨੀ ਕਰਨਗੀਆਂ। ਇਸ ਤੋਂ ਇਲਾਵਾ ਟੀਮਾਂ ਵੱਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਦੀ ਕਾਰਵਾਈ ਵਿੱਚ ਸੁਧਾਰ ਵੀ ਕੀਤੇ ਜਾਣਗੇ। ਕੇਂਦਰ ਸਰਕਾਰ ਪੂਰਨ ਸਰਕਾਰ ਅਤੇ ਸੰਪੂਰਨ ਸਮਾਜ ਦੀ ਸੋਚ ਨਾਲ ਮਹਾਮਾਰੀ ਵਿਰੁੱਧ ਲੜ ਰਹੀ ਹੈ। ਮੰਤਰਾਲਾ ਨੇ ਦੱਸਿਆ ਹੈ ਕਿ ਕੋਵਿਡ ਪ੍ਰਬੰਧਨ ਲਈ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਕੰਮ ਵਿੱਚ ਸਹਿਯੋਗ ਲਈ ਕੇਂਦਰ ਸਰਕਾਰ ਸਮੇਂ-ਸਮੇਂ ਤੇ ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰੀ ਟੀਮਾਂ ਭੇਜਦੀ ਰਹੀ ਹੈ। ਇਹ ਟੀਮਾਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਦਰਪੇਸ਼ ਚੁਣੌਤੀਆਂ ਦੇ ਮੁੱਦਿਆਂ ਤੇ ਵਿਚਾਰ ਕਰਦੀਆਂ ਨੇ। ਭਾਰਤ ਵਿੱਚ ਬੀਤੇ ਦਿਨ 46,617 ਨਵੇਂ ਕੋਰੋਨਾ ਮਾਮਲੇ ਦਰਜ ਹੋਏ, ਜਿਸ ਮਗਰੋਂ ਕੋਰੋਨਾ ਦੀ ਪੁਸ਼ਟੀ ਵਾਲੇ ਕੁੱਲ ਮਾਮਲਿਆਂ ਦੀ ਸੰਖਿਆ 3,04,58,251 ਹੋ ਗਈ ਹੈ। ਦੇਸ਼ ਵਿੱਚ ਹੁਣ ਤੱਕ 2,95,48,302 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਨੇ। ਬੀਤੇ ਦਿਨ 59,384 ਕੋਰੋਨਾ ਮਰੀਜ਼ ਸਿਹਤਯਾਬ ਹੋ ਕੇ ਘਰੀਂ ਪਰਤੇ। ਭਾਰਤ ਵਿੱਚ ਕੋਰੋਨਾ ਤੋਂ ਠੀਕ ਹੋਣ ਦੀ ਦਰ ਵੱਧ ਕੇ 97.01% ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਅਨੁਸਾਰ ਬੀਤੇ 24 ਘੰਟਿਆਂ ਦੌਰਾਨ ਭਾਰਤ ਵਿੱਚ 853 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ, ਜਿਸ ਮਗਰੋਂ ਕੋਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆ 4 ਲੱਖ ਤੋਂ ਪਾਰ ਹੋ ਗਈ ਹੈ। ਭਾਰਤ ਵਿੱਚ ਐਕਟਿਵ ਕੋਰੋਨਾ ਮਾਮਲਿਆਂ ਦੀ ਸੰਖਿਆ ਵਿੱਚ ਕਮੀ ਦਾ ਰੁਝਾਨ ਲਗਾਤਾਰ ਜਾਰੀ ਹੈ। ਮੌਜੂਦਾ ਸਮੇਂ ਦੇਸ਼ ਵਿੱਚ 5,09,637 ਐਕਟਿਵ ਕੋਰੋਨਾ ਮਾਮਲੇ ਨੇ, ਜੋ ਕੁੱਲ ਮਾਮਲਿਆਂ ਦਾ 1.67% ਬਣਦਾ ਹੈ। ਕੋਰੋਨਾ ਤੋਂ ਬਚਾਅ ਲਈ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਜਾਰੀ ਹੈ। ਬੀਤੇ 24 ਘੰਟਿਆਂ ਦੌਰਾਨ 42,64,123 ਲਾਭਪਾਤਰੀਆਂ ਨੂੰ ਟੀਕੇ ਲਗਾਏ ਗਏ। 16 ਜਨਵਰੀ ਤੋਂ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਭਾਰਤ ਵਿੱਚ 34,76,232 ਕੋਰੋਨਾ ਟੀਕੇ ਲਗਾਏ ਜਾ ਚੁੱਕੇ ਨੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਕਿਹਾ ਹੈ ਕਿ ਅਜੇ ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਖਤਮ ਨਹੀਂ ਹੋਈ ਹੈ ਅਤੇ ਲੋਕਾਂ ਨੂੰ ਪੂਰੇ ਇਹਤਿਆਤ ਵਰਤਣੇ ਚਾਹੀਦੇ ਨੇ। ਅੱਜ ਨਵੀਂ ਦਿੱਲੀ ਵਿੱਚ ਮੰਤਰਾਲਾ ਦੇ ਅਧਿਕਾਰੀਆਂ ਨੇ ਪ੍ਰੈਸ ਬਰੀਫਿੰਗ ਦੌਰਾਨ ਦੱਸਿਆ ਕਿ ਭਾਰਤ ਸਰਕਾਰ ਦੇ ਸਿਹਤ ਮੰਤਰਾਲਾ ਅਤੇ ਗ੍ਰਹਿ ਮੰਤਰਾਲਾ ਵੱਲੋਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਮੇਂ-ਸਮੇਂ ਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਨੇ। ਸਿਹਤ ਮੰਤਰਾਲਾ ਵਿੱਚ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਸੂਬਿਆਂ ਨੂੰ 60% ਤੋਂ ਵੱਧ ਭਰੇ ਬਿਸਤਰਿਆਂ ਵਾਲੇ ਕੋਵਿਡ ਹਸਪਤਾਲਾਂ ਦੀ ਪਛਾਣ ਕਰਕੇ ਉੱਥੇ ਉੱਚ ਪੱਧਰ ਦੀਆਂ ਪਾਬੰਦੀਆਂ ਲਗਾਉਣੀਆਂ ਚਾਹੀਦੀਆਂ ਨੇ। ਉਹਨਾਂ ਦੱਸਿਆ ਕਿ ਦੇਸ਼ ਵਿੱਚ ਜ਼ਿਆਦਾ ਗਿਣਤੀ ਵਾਲੇ ਕੋਰੋਨਾ ਮਾਮਲਿਆਂ ਵਾਲੇ ਜ਼ਿਲ੍ਹਿਆਂ ਵਿੱਚ ਲਗਾਤਾਰ ਕਮੀ ਦਰਜ ਕੀਤੀ ਜਾ ਰਹੀ ਹੈ।
ਕੋਵਿਡ ਟੀਕਾਕਰਨ ਦੀ ਗੱਲ ਕਰਦਿਆਂ ਲਵ ਅਗਰਵਾਲ ਨੇ ਦੱਸਿਆ ਕਿ ਇਸ ਸਮੇਂ ਦੇਸ਼ ਭਰ ਵਿੱਚ ਪਬਲਿਕ ਸੈਕਟਰ ਹੇਠ 2,554 ਜਦਕਿ ਪ੍ਰਾਈਵੇਟ ਸੈਕਟਰ ਹੇਠ 18,696 ਟੀਕਾਕਰਨ ਕੇਂਦਰ ਚੱਲ ਰਹੇ ਨੇ। ਉਨ੍ਹਾਂ ਇਹ ਵੀ ਦੱਸਿਆ ਕਿ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੀ 16 ਜਨਵਰੀ ਤੋਂ ਹੋਈ ਸ਼ੁਰੂਆਤ ਤੋਂ ਬਾਅਦ ਹੁਣ ਤੱਕ 10 ਲੱਖ ਟੀਕਾਕਰਨ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਇਸ ਸਮੇਂ ਦੇਸ਼ ਵਿੱਚ ਰੋਜ਼ਾਨਾ ਔਸਤਨ 50 ਲੱਖ ਕੋਰੋਨਾ ਟੀਕੇ ਲਗਾਏ ਜਾ ਰਹੇ ਨੇ। यहाँ पर की जो केसेस अधिक संख्या में रिपोर्ट हो रहे थे उसमें कमी नोट की गई है। साथ ही एक मुख्य अंश डेली एक्टिव केसेस, उसमें आप देखें जहां 10 मई के समय पे देश में करीब 37 लाख से अधिक केसेस एक्टिव केसेस की दृष्टि में आते थे, वह अब घटते घटते 5,09,000 केसेस रह गए हैं। यानी कि पीक के समय में देश में जितने एक्टिव केसेस थे उसमें 86% कमी पाई गई है। एक वैक्सीनेशन कार्यक्रम चला रहे हैं तो यहाँ जो हम बताते हैं कि 40 लाख की फिगर ऑन एन एवरेज हम देश में कवर कर रहे हैं, तो उसके पीछे का प्रयत्न समझना भी उतना ही जरूरी है। जैसे कि हम आपको बताना चाहेंगे कि अगर हमारे देश में 2,19,000 कोविड वैक्सीनेशन सेंटर्स अगर आइडेंटिफाई हुए हैं तो उन सेंटर्स को आइडेंटिफाई करना, उन सेंटर्स को आइडेंटिफाई करने के बाद उन सेंटर्स में जितने भी 5 लोग टीम मेंबर हैं उनको ट्रेन करना वैक्सीनेशन कैसे किया जाए, तो उसके तहत करीब 10 लाख वैक्सीनेटर्स को 16 जनवरी के समय से ट्रेन कर उनका उपयोग किया जा रहा है। साथ ही जब वैक्सीनेशन सेंटर्स हम आइडेंटिफाई कर लेते हैं, उनको ओरिएंट कर लेते हैं, फिर डिस्ट्रिक्ट एडमिनिस्ट्रेशन के द्वारा या कोविड वैक्सीनेशन सेंटर का जो मैनेजर्स होते हैं प्राइवेट सेक्टर के, उनके द्वारा वैक्सीनेशन कोविन प्लेटफॉर्म पर उनको डिटेल करके पब्लिश किया जाता है। ਇਸੇ ਦੌਰਾਨ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਦੱਸਿਆ ਹੈ ਕਿ ਹੁਣ ਗਰਭਵਤੀ ਮਹਿਲਾਵਾਂ ਵੀ ਟੀਕਾਕਰਨ ਲਈ ਯੋਗ ਹੋਣਗੀਆਂ। ਨੀਤੀ ਆਯੋਗ ਦੇ ਮੈਂਬਰ ਸਿਹਤ ਡਾਕਟਰ ਵੀਕੇ ਪੌਲ ਨੇ ਦੱਸਿਆ ਹੈ ਕਿ ਸਰਕਾਰ ਨੇ ਟੀਕਾਕਰਨ ਬਾਰੇ ਕੌਮੀ ਤਕਨੀਕੀ ਸਲਾਹਕਾਰ ਗਰੁੱਪ ਦੀਆਂ ਸਿਫਾਰਸ਼ਾਂ ਨੂੰ ਮਨਜ਼ੂਰ ਕਰਦਿਆਂ ਗਰਭਵਤੀ ਔਰਤਾਂ ਨੂੰ ਟੀਕਾਕਰਨ ਲਈ ਯੋਗ ਐਲਾਨਿਆ ਹੈ ਅਤੇ ਇਸ ਸੰਬੰਧੀ ਦਿਸ਼ਾ ਨਿਰਦੇਸ਼ ਵੀ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜ ਦਿੱਤੇ ਨੇ। सूचना ते प्रसारण मंत्री प्रकाश जावड़ेकर ने अज वर्चुअल माध्यम राहीं 6 तकनोलॉजी इनोवेशन प्लेटफॉर्म लॉन्च किए। नवीं दिल्ली में पत्रकारों नाल गलबात करदे उन्होंने दस्सिया कि ये प्लेटफॉर्म 2000 करोड़ रुपए के शुरुआती फंड नाल कैपिटल गुड्स स्कीम अधीन विकसित किए गए हैं। जावड़ेकर ने कहा कि प्रधानमंत्री नरेंद्र मोदी का यह विजन है कि खोज ते विकास कामां नूं ज़्यादा तो ज़्यादा तरजीह दी जाए। उन्होंने कहा कि यह प्लेटफॉर्म लॉन्च करने का साडा मकसद ब्रेन गेन है, ना कि ब्रेन ड्रेन। जावड़ेकर ने कहा कि असीं इनोवेशन के मालक बनना चाहुंदे हां, ना कि इस विच योगदान पाउण वाले। उन्होंने कहा कि विकास कार्यां नूं तेज़ी नाल नेपरे चाढ़न अते होर कामां लई हाई एंड टैक्नोलॉजी बहुत ज़्यादा लोड़ींदी है। Initiative, technology platforms will bring all Indian stakeholders together, bring in right investment also, partnered by government, but essentially it's a stakeholders platform. And then with multiple effect, we can move ahead on research and development and bring out the solutions to the vexed problem. Only 12 countries have invented a vaccine, and India is among the few countries which has invented 2. जम्मू कश्मीर के पुलवामा जिले में सुरक्षा बलों नाल होए मुकाबले दौरान 5 अतवादी मारे गए ने। इस मुकाबले में एक जवान भी शहीद होया है। कश्मीर रेंज के IG विजय कुमार ने दस्सिया कि मारे गए अतवादियों में लश्कर ए तैयबा दा जिला कमांडर निशाज लोन और एक पाकिस्तानी नागरिक भी शामिल है। IGP विजय कुमार ने इसनूं सुरक्षा बलों की एक वड्डी कामयाबी करार दिता है। उन्होंने दस्सिया कि अतवादियों की मौजूदगी बारे सूह मिलण ते सुरक्षा बलों ने हांजिन राजपुरा पिंड विच इलाके की घेराबंदी करके बीती रात तलाशी अभियान शुरू किया। बच के निकलण दे सारे रस्ते सील करन मगरों जद सुरक्षा बल एक टिकाणे वल वध रहे सन तां लुके होए अतवादियों ने स्वचालित हथियारां नाल अन्नेवाह फायरिंग शुरू कर दी, जिस विच 2 जवान जख्मी हो गए। इन्हां विचों एक जवान ने हस्पताल विच दम तोड़ दिता, जिसकी पछाण 44 राष्ट्रीय राइफल्स के हौलदार काशी राव वजों हुई है। मुकाबले दौरान दोवें पासों हुई फायरिंग में सुरक्षा बलों ने लश्कर ए तैयबा के 5 अतवादियों को ढेर कर दिता। नेड़ले इलाके में कानून ते प्रबंध की स्थिति को काबू हेठ रखने लई वाधू फोर्स भेजी गई।
ਸਰਕਾਰੀ ਸੂਤਰਾਂ ਅਨੁਸਾਰ 2021 ਵਿੱਚ ਪਹਿਲੇ 6 ਮਹੀਨਿਆਂ ਦੌਰਾਨ ਸੁਰੱਖਿਆ ਬਲਾਂ ਨਾਲ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਹੁਣ ਤੱਕ 61 ਅੱਤਵਾਦੀ ਮਾਰੇ ਗਏ ਨੇ, ਜਿਨ੍ਹਾਂ ਵਿੱਚ ਚੋਟੀ ਦੇ ਕਮਾਂਡਰ ਵੀ ਸ਼ਾਮਲ ਸਨ। ਪੰਜਾਬ ਇਸ ਸਮੇਂ ਬਿਜਲੀ ਦੀ ਕਿੱਲਤ ਨਾਲ ਜੂਝ ਰਿਹਾ ਹੈ। ਲੰਬੇ ਬਿਜਲੀ ਦੇ ਕੱਟ ਕਾਰਨ ਜਿੱਥੇ ਲੋਕੀ ਪਰੇਸ਼ਾਨ ਨੇ, ਉੱਥੇ ਸਿਆਸਤ ਵੀ ਪੂਰੀ ਤਰ੍ਹਾਂ ਸਰਗਰਮ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਅੱਜ ਪੰਜਾਬ ਭਰ ਵਿੱਚ ਸਾਂਝੇ ਤੌਰ ਤੇ ਨਵੇਕਲੇ ਢੰਗ ਨਾਲ ਵਿਰੋਧ ਪ੍ਰਦਰਸ਼ਨ ਕੀਤੇ ਗਏ। ਇਨ੍ਹਾਂ ਪਾਰਟੀਆਂ ਵੱਲੋਂ ਬਿਜਲੀ ਦੀ ਕਿੱਲਤ ਨੂੰ ਦਰਸਾਉਂਦਿਆਂ ਸੰਕੇਤਕ ਤੌਰ ਤੇ ਪੱਖੀਆਂ ਦਾ ਲੰਗਰ ਲਗਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਵਿੱਚ ਪੱਖੀਆਂ ਵੰਡੀਆਂ। ਉਧਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਰੋਪੜ ਦੇ ਬੇਲਾ ਚੌਂਕ ਵਿੱਚ ਬਸਪਾ ਨਾਲ ਰਲ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਲੋਕਾਂ ਨੂੰ ਪੱਖੀਆਂ ਵੰਡੀਆਂ। ਇਸ ਮੌਕੇ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਰਾਮਪਾਲ ਵੀ ਮੌਜੂਦ ਸਨ। ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਪੰਜਾਬ ਵਿੱਚ ਵਾਧੂ ਬਿਜਲੀ ਸੀ, ਪਰ ਅੱਜ ਲੋਕ ਬਿਜਲੀ ਨੂੰ ਤਰਸ ਰਹੇ ਨੇ। ਉਨ੍ਹਾਂ ਇਲਜ਼ਾਮ ਲਗਾਇਆ ਕਿ ਝੋਨੇ ਦੀ ਲੁਆਈ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਬਿਜਲੀ ਨਹੀਂ ਦਿੱਤੀ ਜਾ ਰਹੀ ਅਤੇ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਜਿਹੜਾ ਸੂਬਾ ਪਾਵਰ ਦੇ ਵਿੱਚ ਸਰਪਲਸ ਛੱਡ ਕੇ ਗਏ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ, ਜਿਹੜੇ ਸੂਬੇ 'ਚ ਇਨਵਰਟਰ ਵਿਕਣੋਂ ਬੰਦ ਹੋ ਗਏ ਸੀ, ਜਨਰੇਟਰ ਵਿਕਣੋਂ ਬੰਦ ਹੋ ਗਏ ਸੀ, ਅੱਜ ਉਹ ਸੂਬੇ ਦੇ ਵਿੱਚ ਇਹ ਹਾਲਤ ਆ ਗਈ ਹੈ ਕਿ ਨਾ ਟਿਊਬਲਾਂ ਵਾਸਤੇ ਬਿਜਲੀ ਹੈ ਕਿਸਾਨਾਂ ਵਾਸਤੇ, ਨਾ ਘਰਾਂ ਵਾਸਤੇ ਬਿਜਲੀ ਹੈ, ਨਾ ਇੰਡਸਟਰੀ ਵਾਸਤੇ ਬਿਜਲੀ ਹੈ, ਨਾ ਦੁਕਾਨਦਾਰਾਂ ਵਾਸਤੇ। ਔਰ ਲੋਕੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਭਲਕੇ ਗੁਰਦੁਆਰਾ ਸ਼੍ਰੀ ਜੰਡਸਰ ਸਾਹਿਬ ਬਹਾਦਰਪੁਰ ਬਰੇਟਾ ਵਿਖੇ ਦਿਵਿਆਂਗਾਂ ਲਈ ਮੁਫਤ ਸਹਾਇਤਾ ਉਪਕਰਨ ਵੰਡਣ ਦੇ ਮਕਸਦ ਨਾਲ ਸਮਾਜਿਕ ਅਧਿਕਾਰਤਾ ਕੈਂਪ ਲਗਾਇਆ ਜਾਵੇਗਾ। ਇਸ ਕੈਂਪ ਦੌਰਾਨ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਲਾਲ ਗੁਰਜਰ ਮੁੱਖ ਮਹਿਮਾਨ ਵਜੋਂ ਵਰਚੁਅਲ ਮਾਧਿਅਮ ਰਾਹੀਂ ਸ਼ਾਮਲ ਹੋਣਗੇ। ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ। ਬੁਢਲਾਡਾ ਤੋਂ ਵਿਧਾਨਕਾਰ ਬੁੱਧ ਰਾਮ ਵੀ ਇਸ ਸਮਾਗਮ ਵਿੱਚ ਨਿੱਜੀ ਤੌਰ ਤੇ ਹਿੱਸਾ ਲੈਣਗੇ। ਮੰਤਰਾਲਾ ਅਨੁਸਾਰ ਇਸ ਕੈਂਪ ਦੌਰਾਨ ਦਿਵਿਆਂਗਾਂ ਨੂੰ ਟਰਾਈਸਾਈਕਲ, ਵੀਲਚੇਅਰ, ਵੈਸਾਖੀਆਂ, ਚੱਲਣ ਵਾਲੀਆਂ ਛੜੀਆਂ, ਰੋਲਰਸ, ਸਮਾਰਟ ਕੇਨ, ਸਮਾਰਟਫੋਨ, ਸੁਣਨ ਵਾਲੀਆਂ ਮਸ਼ੀਨਾਂ, ਸੀਪੀ ਚੇਅਰ, MCIED ਕਿੱਟ, ਨਕਲੀ ਅੰਗ ਅਤੇ ਕੈਲੀਪਰਸ ਆਦਿ ਦਿੱਤੇ ਜਾਣਗੇ। ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਰਬੱਤ ਸਿਹਤ ਯੋਜਨਾ ਨਾਲ ਹੁਣ ਗਰੀਬ ਲੋਕਾਂ ਨੂੰ ਮਹਿੰਗਾ ਇਲਾਜ ਮੁਫਤ ਕਰਾਉਣ ਵਿੱਚ ਵੱਡੀ ਸਹੂਲਤ ਮਿਲ ਰਹੀ ਹੈ। ਇਸ ਯੋਜਨਾ ਤਹਿਤ ਫਾਜ਼ਿਲਕਾ ਦੇ ਵਸਨੀਕਾਂ ਨੇ ਵੱਡਾ ਲਾਭ ਲਿਆ ਹੈ। ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਇਸ ਯੋਜਨਾ ਤਹਿਤ ਬਿਨਾਂ ਕਿਸੇ ਖਰਚੇ ਤੋਂ ਲੋਕਾਂ ਦੇ ਗੋਡੇ ਬਦਲੇ ਜਾ ਰਹੇ ਨੇ। ਹਸਪਤਾਲ ਦੇ ਮਾਹਰ ਡਾਕਟਰ ਨਿਸ਼ਾਂਤ ਸੇਤੀਆ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਹੁਣ ਤੱਕ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕੋਈ 11 ਲੋਕਾਂ ਦੇ ਗੋਡੇ ਬਦਲੇ ਗਏ ਨੇ ਅਤੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਹਨਾਂ ਨੂੰ ਅੱਛੀ ਤਕਨੀਕ ਵਾਲੇ ਗੋਡੇ ਲਗਾਏ ਜਾ ਰਹੇ ਨੇ। ਮੈਂ ਇਸ ਤੋਂ ਪਹਿਲੇ ਆਪਣੀ ਸਾਰੀ ਪੜ੍ਹਾਈ ਤੇ ਫੈਲੋਸ਼ਿਪ ਵੀ ਕੀਤੀ ਹੈ ਜੁਆਇੰਟ ਰਿਪਲੇਸਮੈਂਟ ਸਰਜਰੀ 'ਚ। ਹੁਣ ਮੈਂ ਇੱਥੇ ਹਰ ਤਰ੍ਹਾਂ ਦੇ ਫ੍ਰੈਕਚਰ ਟ੍ਰੀਟਮੈਂਟ ਜਾਂ OPD ਰੈਗੂਲਰ OPD ਤੇ ਨਾਲੇ ਅੰਦਰ ਨੀ ਰਿਪਲੇਸਮੈਂਟ ਸਰਵਿਸਿਜ਼ ਵੀ ਮੈਂ ਹਸਪੀਟਲ 'ਚ ਦੇ ਰਿਹਾ ਤੇ ਕੋਸ਼ਿਸ਼ ਕਰ ਰਿਹਾ ਕਿ ਆਪਣੇ ਏਰੀਆ ਦੇ ਲੋਕਾਂ ਨੂੰ ਬਾਹਰ ਜਿਹੜਾ ਪਹਿਲੇ ਜਾਣਾ ਪੈਂਦਾ ਸੀ ਨੀ ਰਿਪਲੇਸਮੈਂਟ ਵਾਸਤੇ, ਉਹਨਾਂ ਨੂੰ ਅਸੀਂ ਆਯੁਸ਼ਮਾਨ ਭਾਰਤ ਸਕੀਮ ਦੇ ਅੰਡਰ ਕੰਪਲੀਟਲੀ ਫ੍ਰੀ ਆਫ ਕੋਸਟ ਨੀ ਰਿਪਲੇਸਮੈਂਟ ਇੱਥੇ ਕਰ ਰਹੇ ਹਾਂ। ਜ਼ੀਰੋ ਕਾਸਟ ਤੇ ਅਸੀਂ ਨੀ ਰਿਪਲੇਸਮੈਂਟ ਸਰਜਰੀ ਇੱਥੇ ਕਰ ਰਹੇ ਹਾਂ। ਜਿਹੜੇ ਪੇਸ਼ੈਂਟ ਦਾ ਵੀ ਆਯੁਸ਼ਮਾਨ ਭਾਰਤ ਦਾ ਕਾਰਡ ਬਣਿਆ ਹੋਇਆ ਉਹਦਾ 1 ਰੁਪਏ ਦਾ ਵੀ ਕੋਈ ਖਰਚਾ ਨਹੀਂ ਹੁੰਦਾ ਤੇ ਪੇਸ਼ੈਂਟ ਨੂੰ ਅਸੀਂ ਅਮਰੀਕਨ ਜੁਆਇੰਟਸ ਇਹਦੇ ਵਿੱਚ ਪਾ ਰਹੇ ਹਾਂ, ਜਿਹੜੇ ਕਿ ਬੈਸਟ ਜੁਆਇੰਟ ਇੱਥੇ ਅਵੇਲੇਬਲ ਨੇ ਐਟ ਪ੍ਰੈਜ਼ੈਂਟ ਮਾਰਕੀਟ 'ਚ ਤੇ ਬਹੁਤ ਅੱਛੇ ਰਿਜ਼ਲਟ ਸਾਨੂੰ ਮਿਲ ਰਹੇ ਆ ਤੇ ਲੋਕ ਜਿਹੜੇ ਪਹਿਲੇ ਬਹੁਤ ਜ਼ਿਆਦਾ ਗੋਡਿਆਂ ਦੀ ਪ੍ਰੋਬਲਮ ਕਰਕੇ ਪਰੇਸ਼ਾਨ ਸੀ ਦੇ ਆਰ ਹੈਪੀ, ਹੁਣ ਖੁਸ਼ ਨੇ। ਕੱਲ ਅਸੀਂ 11ਵਾਂ ਆਪਰੇਸ਼ਨ ਇੱਥੇ ਕੀਤਾ, ਇੱਕ ਕੱਲ ਵਾਸਤੇ ਫਿਰ ਸਰਜਰੀ ਅਸੀਂ ਰੱਖੀ ਹੋਈ ਹੈ ਤੇ ਪੂਰੀ ਲਿਸਟ ਜਿੰਨਾ ਵੀ ਅਸੀਂ ਹੌਸਲੇ ਨਾਲ ਕਰ ਪਾ ਰਹੇ ਹਾਂ ਇਹ ਲਿਸਟ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਸਜਰਾਣਾ ਪਿੰਡ ਦੇ ਰਾਮ ਪ੍ਰਤਾਪ ਨਾਮੀ ਲਾਭਪਾਤਰੀ ਨੇ ਦੱਸਿਆ ਕਿ ਉਹਨਾਂ ਨੇ ਕੁਝ ਸਮਾਂ ਪਹਿਲਾਂ ਇੱਕ ਗੋਡਾ ਬਦਲਵਾਇਆ ਸੀ ਜੋ ਬਿਲਕੁਲ ਸਹੀ ਚੱਲ ਰਿਹਾ ਹੈ ਤੇ ਹੁਣ ਉਹਨਾਂ ਨੇ ਦੂਜੇ ਗੋਡੇ ਦਾ ਵੀ ਆਪਰੇਸ਼ਨ ਕਰਵਾਇਆ ਹੈ ਅਤੇ ਇਸ ਵਾਸਤੇ ਉਹਨਾਂ ਨੂੰ ਕੋਈ ਰਕਮ ਨਹੀਂ ਦੇਣੀ ਪਈ। ਵਧੀਆ ਚੱਲ ਰਿਹਾ ਜੀ ਤੇ ਡਾਕਟਰ ਸਾਹਿਬ ਨੇ ਕੇਅਰ ਸਾਰਿਆਂ ਨੇ ਬਹੁਤ ਕੀਤੀ ਹੈ, ਕੋਈ ਪੈਸਾ ਨਹੀਂ ਲੱਗਾ। ਸਾਡਾ ਆਯੁਸ਼ਮਾਨ ਭਾਰਤ ਸਾਡਾ ਬਣਿਆ ਤੇ ਦੂਸਰਾ ਵੀ ਆਯੁਸ਼ਮਾਨ ਭਾਰਤ ਬਣਿਆ ਕੋਈ ਬਿਨਾਂ ਪੈਸੇ ਤੋਂ, ਤੇ ਸਾਡੀ ਕੇਅਰ ਬਹੁਤ ਕਰ ਰਹੇ ਨੇ। ਇਹ 2.5 ਮਹੀਨੇ ਹੋ ਗਏ। ਹਾਂ ਸਹੀ ਚੱਲ ਰਿਹਾ। ਅਪ੍ਰੈਲ 6 ਨੂੰ ਹੋਇਆ ਸੀ ਜੀ, ਨਹੀਂ ਕੋਈ ਖਰਚਾ ਨਹੀਂ ਸਾਡਾ ਕਿਸੇ ਵੀ ਤਰ੍ਹਾਂ ਦਾ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ YouTube ਚੈਨਲ RNU DDK ਜਲੰਧਰ ਤੇ ਵੀ ਵੇਖ ਸਕਦੇ ਨੇ ਅਤੇ ਇਹ ਬੁਲੇਟਿਨ RNU ਜਲੰਧਰ ਦੇ ਟਵਿੱਟਰ ਹੈਂਡਲ ਅਤੇ Facebook ਪੇਜ ਤੇ ਵੀ ਉਪਲਬਧ ਨੇ। ਇਸ ਦੇ ਨਾਲ ਹੀ ਸਾਡਾ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ। ਨਮਸਕਾਰ।